ਵੱਲੋਂ ਕਈ ਦੇਸ਼ਾਂ ਨੂੰ ਕੁਆਰੰਟੀਨ ਤੋਂ ਰਾਹਤ ਦੇਣ ਦੀ ਸੂਚੀ ਦੇ ਵਿੱਚ ਸ਼ਾਮਿਲ ਕੀਤਾ ਗਿਆ, ਪਰ ਇੰਗਲੈਂਡ ਵੱਲੋਂ ਕੈਨੇਡਾ ਨੂੰ ਕੁਆਰੰਟੀਨ ਸੰਬੰਧੀ ਕੋਈ ਵੀ ਰਾਹਤ ਨਹੀਂ ਦਿੱਤੀ ਗਈ। ਯੂਕੇ ਸਰਕਾਰ ਵੱਲੋਂ ਅੱਜ ਐਲਾਨ ਕੀਤਾ ਗਿਆ, ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਯੂਰਪ ਅਤੇ ਅਮਰੀਕਾ ਦੇ ਵਿੱਚੋਂ ਜਿਹੜੇ ਵੀ ਫੁੱਲੀ ਵੈਕਸੀਨੇਟਡ ਯਾਤਰੀ ਇੰਗਲੈਂਡ ਦੇ ਵਿੱਚ ਆਉਣਗੇ, ਉਹਨਾਂ ਨੂੰ ਇੱਥੇ ਆ ਕੇ ਕੁਆਰੰਟੀਨ ਨਹੀਂ ਕਰਨਾ ਹੋਵੇਗਾ। ਪਰ ਜਿਹੜੇ ਯਾਤਰੀ ਕੈਨੇਡਾ ਤੋਂ ਆਉਣਗੇ, ਚਾਹੇ ਉਹਨਾਂ ਦੀ ਕੋਵਿਡ-19 ਵੈਕਸੀਨ ਦੇ 2 ਸ਼ਾਟ ਲੱਗੇ ਹੋਣਗੇ, ਉਹਨਾਂ ਨੂੰ ਅਜੇ ਵੀ ਇੰਗਲੈਂਡ ਪਹੁੰਚਣ ਦੇ ਉੱਪਰ ਕੁਆਰੰਟੀਨ ਕਰਨਾ ਜ਼ਰੂਰੀ ਹੋਵੇਗਾ। ਯੂਕੇ ਸਰਕਾਰ ਵੱਲੋਂ ਨਿਊਜ਼ ਰਿਲੀਜ਼ ਦੇ ਵਿੱਚ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿੱਥੇ ਉਹਨਾਂ ਨੇ ਦੱਸਿਆ ਕਿ ਇਹ ਨਵੇਂ ਨਿਯਮ ਇੰਗਲੈਂਡ ਦੇ ਵਿੱਚ 2 ਅਗਸਤ ਤੋਂ ਲਾਗੂ ਹੋਣਗੇ। ਇੰਗਲੈਂਡ ਵੱਲੋਂ ਕੁਆਰੰਟੀਨ ਦੇ ਨਿਯਮ ਤੋਂ ਕੈਨੇਡਾ ਨੂੰ ਰਾਹਤ ਨਹੀਂ ਦਿੱਤੀ ਗਈ, ਪਰ ਉਹਨਾਂ ਵੱਲੋਂ ਅਜਿਹਾ ਕਿਉਂ ਕੀਤਾ ਗਿਆ, ਇਸ ਦੇ ਬਾਰੇ ਅਜੇ ਇੰਗਲੈਂਡ ਨੇ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ। ਯੂਕੇ ਦਾ ਕਹਿਣਾ ਹੈ ਕਿ ਇੱਥੇ ਦੁਬਾਰਾ ਤੋਂ ਯਾਤਰਾ ਸ਼ੁਰੂ ਕਰਨ ਸੰਬੰਧੀ ਉਹਨਾਂ ਵੱਲੋਂ ਯੋਜਨਾ ਲਿਆਂਦੀ ਜਾ ਰਹੀ ਹੈ, ਜਿਸ ਦੇ ਤਹਿਤ ਉਹਨਾਂ ਵੱਲੋਂ ਅਜਿਹੇ ਕਦਮ ਚੁੱਕੇ ਜਾ ਰਹੇ ਨੇ ਤਾਂ ਕਿ ਇੱਕ ਵਾਰ ਫਿਰ ਤੋਂ ਸੁਰੱਖਿਅਤ ਯਾਤਰਾ ਸ਼ੁਰੂ ਕੀਤੀ ਜਾਵੇ। ਜਾਣਕਾਰੀ ਦੇ ਲਈ ਦੱਸ ਦਈਏ ਕਿ ਕੈਨੇਡਾ ਤੋਂ ਜਿਹੜੇ ਵੀ ਯਾਤਰੀ ਇੰਗਲੈਂਡ ਦੇ ਵਿੱਚ ਜਾਣਗੇ, ਉਹਨਾਂ ਨੂੰ ਇੰਗਲੈਂਡ ਪਹੁੰਚਣ ਦੇ ਉੱਪਰ 10 ਦਿਨਾਂ ਦੇ ਲਈ ਕੁਆਰੰਟੀਨ ਕਰਨਾ ਪਵੇਗਾ। ਇਨ੍ਹਾਂ ਯਾਤਰੀਆਂ ਨੂੰ ਇੰਗਲੈਂਡ ਪਹੁੰਚਣ ਦੇ ਉੱਪਰ 8 ਦਿਨਾਂ ਬਾਅਦ ਆਪਣਾ ਕੋਵਿਡ ਟੈਸਟ ਕਰਵਾਉਣਾ ਵੀ ਜ਼ਰੂਰੀ ਹੋਵੇਗਾ। ਯੂਕੇ ਵੱਲੋਂ ਜੋ ਕੁਆਰੰਟੀਨ ਸੰਬੰਧੀ ਰਾਹਤ ਦੇਣ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ, ਉਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਫੁੱਲੀ ਵੈਕਸੀਨੇਟਡ ਯਾਤਰੀਆਂ ਨੂੰ ਕੁਆਰੰਟੀਨ ਤੋਂ ਰਾਹਤ ਦਿੱਤੀ ਜਾਵੇਗੀ, ਜਿਨ੍ਹਾਂ ਵੱਲੋਂ EMA ਮਾਨਤਾ ਪ੍ਰਾਪਤ ਕੋਵਿਡ-19 ਵੈਕਸੀਨ ਲਗਵਾਈ ਹੋਵੇਗੀ। ਜਿਹੜੇ ਵੀ US ਜਾਂ ਫਿਰ ਯੂਰਪ ਤੋਂ ਜਾਣ ਵਾਲੇ ਯਾਤਰੀਆਂ ਨੇ FDA ਵੱਲੋਂ ਮਾਨਤਾ ਪ੍ਰਾਪਤ ਵੈਕਸੀਨ ਲਗਵਾਈ ਹੋਵੇਗੀ, ਉਹਨਾਂ ਨੂੰ ਵੀ ਇੰਗਲੈਂਡ ਪਹੁੰਚਣ ਦੇ ਉੱਪਰ ਕੁਆਰੰਟੀਨ ਕਰਨਾ ਹੋਵੇਗਾ। ਮਹੀਨੇ ਦੇ ਵਿੱਚ ਅਜਿਹਾ ਦੂਸਰੀ ਵਾਰ ਹੋਇਆ ਜਦੋਂ US ਆਫੀਸ਼ੀਅਲਸ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਉਹਨਾਂ ਨੇ ਬਾਰਡਰ ਦੇ ਉੱਪਰ ਵੱਡੀ ਮਾਤਰਾ ਦੇ ਵਿੱਚ ਨਸ਼ਾ ਬਰਾਮਦ ਕੀਤਾ ਹੈ। ਜਾਣਕਾਰੀ ਦੇ ਮੁਤਾਬਕ ਵਿੰਡਸਰ ਡੈਟਰੋਇਟ ਬਾਰਡਰ ਤੋਂ 1 ਟਨ ਤੋਂ ਵੱਧ ਦਾ ਮੈਰੀਜੁਆਨਾ ਬਰਾਮਦ ਕੀਤਾ ਗਿਆ। ਕਸਟਮਸ ਐਂਡ ਬਾਰਡਰ ਪ੍ਰੋਟੈਕਸ਼ਨ ਦੇ ਵੱਲੋਂ ਇਸ ਬਾਰੇ ਜਾਣਕਾਰੀ ਦਿੱਤੀ ਗਈ, ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਇਹ ਬਰਾਮਦਗੀ ਸਰਚ ਇਨ ਕੰਟਰਾਬੈਂਡ ਦਾ ਹਿੱਸਾ ਹੈ, ਜਿਸ ਦੇ ਤਹਿਤ ਮਾਰਚ 2020 ਤੋਂ ਉਹਨਾਂ ਵੱਲੋਂ ਨਸ਼ੇ ਸੰਬੰਧੀ ਕਾਰਵਾਈ ਕੀਤੀ ਜਾ ਰਹੀ ਹੈ। ਹਾਲ ਹੀ ਦੇ ਵਿੱਚ ਆਫੀਸਰਸ ਦੇ ਵੱਲੋਂ ਜੁਲਾਈ 21 ਨੂੰ ਫੋਰਟ ਸਟਰੀਟ ਕਾਰਗੋ ਫੈਸਿਲਿਟੀ ਤੋਂ ਮੈਰੀਜੁਆਨਾ ਬਰਾਮਦ ਕੀਤਾ ਗਿਆ। ਇੱਥੇ ਟਰੈਕਟਰ ਟ੍ਰੇਲਰ ਦੇ ਵਿੱਚੋਂ ਨਸ਼ੇ ਬਰਾਮਦ ਹੋਏ ਸਨ। ਇਸ ਦੌਰਾਨ ਆਫੀਸਰਸ ਦੇ ਵੱਲੋਂ ਟਰੱਕ ਦੇ ਵਿੱਚੋਂ 2583 ਪਾਉਂਡ ਦੀ ਵੀਡ ਬਰਾਮਦ ਕੀਤੀ ਗਈ, ਜੋ ਕਿ ਪੈਕ ਕੀਤੀ ਹੋਈ ਸੀ। ਠੀਕ ਇਸ ਘਟਨਾ ਤੋਂ 3 ਹਫ਼ਤੇ ਬਾਅਦ ਜੁਲਾਈ 7 ਨੂੰ ਆਫੀਸਰਸ ਦੇ ਵੱਲੋਂ ਫੋਰਟ ਸਟਰੀਟ ਕਾਰਗੋ ਫੈਸਿਲਿਟੀ ਤੋਂ 2270 ਪਾਉਂਡ ਦਾ ਮੈਰੀਜੁਆਨਾ ਬਰਾਮਦ ਕੀਤਾ ਗਿਆ, ਜੋ ਕਿ ਟਰੈਕਟਰ ਟ੍ਰੇਲਰ ਦੇ ਵਿੱਚ ਲੁਕਾਇਆ ਹੋਇਆ ਸੀ। ਇਹ ਟਰੈਕਟਰ ਟ੍ਰੇਲਰ ਵਿੰਡਸਰ ਤੋਂ ਆ ਰਿਹਾ ਸੀ। ਤੇ ਹੁਣ ਇੱਕ ਵਾਰ ਫਿਰ ਤੋਂ US ਆਫੀਸ਼ੀਅਲਸ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਉਹਨਾਂ ਵੱਲੋਂ ਡੈਟਰੋਇਟ ਬਾਰਡਰ ਤੋਂ ਵੱਡੀ ਮਾਤਰਾ ਦੇ ਵਿੱਚ ਮੈਰੀਜੁਆਨਾ ਬਰਾਮਦ ਕੀਤਾ ਗਿਆ। ਬਰੈਂਪਟਨ ਦੇ ਅਰਸ਼ਦੀਪ ਮੰਡ ਨੂੰ ਉਸ ਮਾਮਲੇ ਦੇ ਲਈ ਗਿਲਟੀ ਪਾਇਆ ਗਿਆ, ਜਿਸ ਦੇ ਵਿੱਚ ਇੱਕ ਬਜ਼ੁਰਗ ਦੀ ਮੌਤ ਹੋ ਗਈ ਸੀ। ਅਰਸ਼ਦੀਪ ਮੰਡ ਨੇ ਮਈ 2020 ਦੇ ਇਸ ਮਾਮਲੇ ਸੰਬੰਧੀ ਪਰਿਵਾਰ ਤੋਂ ਮੁਆਫੀ ਮੰਗੀ ਹੈ। ਵਰਚੁਅਲ ਤਰੀਕੇ ਦੇ ਨਾਲ ਮੰਡ ਦੀ ਜਦੋਂ ਕੋਰਟ ਦੇ ਵਿੱਚ ਪੇਸ਼ੀ ਹੋਈ ਤਾਂ ਉਹ ਕਾਫੀ ਭਾਵੁਕ ਨਜ਼ਰ ਆਏ, ਜਿੱਥੇ ਉਹਨਾਂ ਨੇ ਕਿਹਾ ਕਿ ਮੈਂ ਅੰਦਾਜ਼ਾ ਨਹੀਂ ਲਗਾ ਸਕਦਾ ਕਿ ਪਰਿਵਾਰ ਕਿੰਨੇ ਦੁੱਖ ਦੇ ਵਿੱਚ ਹੈ। ਨਾਲ ਹੀ ਮੰਡ ਨੇ ਕਿਹਾ ਕਿ ਜੋ ਵੀ ਉਸ ਦਿਨ ਹੋਇਆ, ਮੈਂ ਕਦੇ ਵੀ ਉਸ ਨੂੰ ਨਹੀਂ ਭੁੱਲ ਸਕਾਂਗਾ। ਦੱਸਿਏ ਕਿ ਮੰਡ ਨੂੰ ਕੈਲੇਡਨ ਦੇ ਹਾਦਸੇ ਸੰਬੰਧੀ ਇੰਪੇਅਰਡ ਡਰਾਈਵਿੰਗ ਅਤੇ ਇੰਪੇਅਰਡ ਡਰਾਈਵਿੰਗ ਕਾਜ਼ਿੰਗ ਬੋਡੀਲੀ ਹਾਰਮ ਦੇ ਸੰਬੰਧੀ ਗਿਲਟੀ ਪਾਇਆ ਗਿਆ ਹੈ। ਇੰਨਾ ਹੀ ਨਹੀਂ, ਸਤੰਬਰ 2, 2018 ਨੂੰ ਬਰੈਂਪਟਨ ਦੇ ਵਿੱਚ ਇੱਕ ਬਰਥਡੇ ਪਾਰਟੀ ਸੰਬੰਧੀ ਵੀ ਮਾਮਲੇ ਦੇ ਵਿੱਚ ਮੰਡ ਨੂੰ ਗਿਲਟੀ ਪਾਇਆ ਗਿਆ। ਇਸ ਦੌਰਾਨ ਮਿਸੀਸਾਗਾ ਦੇ ਵਿਅਕਤੀ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਜਿਸ ਝਗੜੇ ਦੇ ਵਿੱਚ ਮਿਸੀਸਾਗਾ ਦਾ ਵਿਅਕਤੀ ਜ਼ਖਮੀ ਹੋਇਆ, ਉਸ ਦੇ ਵਿੱਚ 50 ਤੋਂ 100 ਜਾਣੇ ਇਨਵੋਲਵ ਸਨ। ਮੰਡ ਨੇ ਕੋਰਟ ਨੂੰ ਜਾਣਕਾਰੀ ਦਿੱਤੀ ਹੈ ਕਿ ਇਸ ਦੌਰਾਨ ਉਸ ਦੇ ਕੋਲ ਹਥਿਆਰ ਤਾਂ ਨਹੀਂ ਸੀ, ਪਰ ਉਹ ਵੀ ਇਸ ਲੜਾਈ ਦੇ ਵਿੱਚ ਇਨਵੋਲਵ ਸੀ। ਦੱਸੀਏ ਕਿ 2 ਅਲੱਗ-ਅਲੱਗ ਮਾਮਲਿਆਂ ਦੇ ਵਿੱਚ ਅਰਸ਼ਦੀਪ ਮੰਡ ਨੂੰ ਗਿਲਟੀ ਪਾਇਆ ਗਿਆ। ਇੱਕ ਉਹ ਮਾਮਲਾ ਜਿਸ ਦੇ ਵਿੱਚ ਬਜ਼ੁਰਗ ਦੀ ਮੌਤ ਹੋ ਗਈ ਸੀ ਅਤੇ ਇੱਕ ਉਹ ਮਾਮਲਾ ਜਿਸ ਦੇ ਵਿੱਚ ਕਾਫੀ ਜਾਣੇ ਝਗੜੇ ਦੇ ਵਿੱਚ ਇਨਵੋਲਵ ਸਨ, ਜਿਸ ਦੇ ਬਾਰੇ ਸਾਰੀ ਜਾਣਕਾਰੀ ਅਰਸ਼ਦੀਪ ਮੰਡ ਵੱਲੋਂ ਕੋਰਟ ਦੇ ਅੱਗੇ ਰੱਖੀ ਗਈ ਹੈ ਤੇ ਨਾਲ ਹੀ ਉਹਨਾਂ ਵੱਲੋਂ ਜਿਸ ਪਰਿਵਾਰ ਦੇ ਬਜ਼ੁਰਗ ਦੀ ਮੌਤ ਹੋ ਗਈ, ਉਹਨਾਂ ਤੋਂ ਮੁਆਫੀ ਵੀ ਮੰਗੀ ਹੈ। ਬ੍ਰਿਟਿਸ਼ ਕੋਲੰਬੀਆ ਆਫੀਸ਼ੀਅਲਸ ਦੇ ਵੱਲੋਂ ਸੈਂਟਰਲ ਓਕਨਾਗਨ ਦੇ ਵਾਸਤੇ ਇੱਕ ਵਾਰ ਫਿਰ ਤੋਂ ਪਾਬੰਦੀਆਂ ਦਾ ਐਲਾਨ ਕੀਤਾ ਗਿਆ। ਇੱਥੇ ਕੋਰੋਨਾ ਵਾਇਰਸ ਦੇ ਮਾਮਲੇ ਇੱਕ ਵਾਰ ਫਿਰ ਤੋਂ ਵਧਣ ਲੱਗੇ ਨੇ, ਜਿਸ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ਵੱਲੋਂ ਅਜਿਹਾ ਕਦਮ ਚੁੱਕਿਆ ਜਾ ਰਿਹਾ ਹੈ। ਪਿਛਲੇ ਕੁਝ ਹਫ਼ਤਿਆਂ ਦੌਰਾਨ ਇੰਟੀਰੀਅਰ ਹੈਲਥ ਰੀਜਨ ਤੋਂ ਜ਼ਿਆਦਾ ਮਾਮਲਿਆਂ ਦੀ ਪੁਸ਼ਟੀ ਹੋ ਰਹੀ ਹੈ, ਜਿਸ ਤੋਂ ਬਾਅਦ ਪ੍ਰੋਵਿੰਸ਼ੀਅਲ ਹੈਲਥ ਆਫੀਸਰ ਡਾਕਟਰ ਬੋਨੀ ਹੈਨਰੀ ਵੱਲੋਂ ਅੱਜ ਕੁਝ ਨਵੇਂ ਨਿਯਮਾਂ ਦਾ ਐਲਾਨ ਕੀਤਾ ਗਿਆ। ਇਹ ਨਿਯਮ ਕੈਲੋਨਾ, ਵੈਸਟ ਬੈਂਕ ਫਰਸਟ ਨੇਸ਼ਨ,
ਪੀਚਲੈਂਡ, ਲੇਕ ਕੰਟਰੀ ਐਂਡ ਲੋਕਲ ਇਲੈਕਟਰਲ ਏਰੀਆਜ਼ ਦੇ ਵਾਸਤੇ ਐਲਾਨ ਕੀਤੇ ਗਏ। ਤਾਜ਼ਾ ਜਾਣਕਾਰੀ ਦੇ ਮੁਤਾਬਕ ਇੰਡੋਰ ਪਬਲਿਕ ਸਪੇਸਿਸ ਦੇ ਉੱਪਰ ਮਾਸਕ ਪਾਉਣਾ ਜ਼ਰੂਰੀ ਹੋਵੇਗਾ। ਇਵੈਂਟਸ ਦੇ ਦੌਰਾਨ ਆਊਟਡੋਰ ਇਕੱਠ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ, ਪਰ ਨਾਲ ਹੀ ਕਿਹਾ ਗਿਆ ਹੈ ਕਿ ਇੰਡੋਰ ਇਕੱਠ ਨਾ ਕੀਤਾ ਜਾਵੇ। ਰੈਸਟੋਰੈਂਟ ਦੇ ਵਿੱਚ ਸਟੈਪ 3 ਲਾਗੂ ਕੀਤਾ ਜਾ ਰਿਹਾ ਹੈ, ਜਿਸ ਦਾ ਮਤਲਬ ਹੈ ਕਿ ਰੈਸਟੋਰੈਂਟ ਅਤੇ ਪਬ ਨੂੰ ਘੱਟ ਕਪੈਸਿਟੀ ਦੇ ਨਾਲ ਖੋਲ੍ਹਿਆ ਜਾਵੇਗਾ। ਇਸ ਦੇ ਨਾਲ ਹੀ ਬਾਰ, ਰੈਸਟੋਰੈਂਟ ਅਤੇ ਨਾਈਟ ਕਲੱਬ ਦੇ ਵਾਸਤੇ ਕੋਵਿਡ-19 ਸੇਫਟੀ ਪਲਾਨਸ ਹੋਣੇ ਚਾਹੀਦੇ ਨੇ। ਲਿਕਰ ਸਰਵਿਸਿਜ਼ ਨੂੰ ਆਮ ਘੰਟਿਆਂ ਦੇ ਵਾਂਗ ਹੀ ਖੋਲ੍ਹਿਆ ਜਾਵੇਗਾ, ਪਰ ਲੋਕਾਂ ਨੂੰ ਇੱਥੇ ਟੇਬਲ ਦੇ ਉੱਪਰ ਸੋਸ਼ਲਾਈਜ਼ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ। ਇਸ ਦੇ ਨਾਲ ਹੀ ਹੁਣ ਇਨ੍ਹਾਂ ਖੇਤਰਾਂ ਦੇ ਵਿੱਚ ਕੋਵਿਡ-19 ਵੈਕਸੀਨ ਦੀ ਦੂਸਰੀ ਡੋਜ਼ ਦੇ ਵਿਚਕਾਰ ਦੇ ਸਮੇਂ ਨੂੰ ਘੱਟ ਕਰਕੇ 4 ਹਫ਼ਤਿਆਂ ਤੇ ਕਰ ਦਿੱਤਾ ਗਿਆ, ਜਿਸ ਦਾ ਮਕਸਦ ਹੈ ਕਿ ਜਲਦ ਤੋਂ ਜਲਦ ਹਰ ਕਿਸੇ ਨੂੰ ਕੋਵਿਡ-19 ਵੈਕਸੀਨ ਦੀ ਦੂਸਰੀ ਡੋਜ਼ ਲਗਾਈ ਜਾ ਸਕੇ। ਇਸ ਦੇ ਨਾਲ ਹੀ ਰੀਜਨ ਦੇ ਵਿੱਚ ਜਿਨ੍ਹਾਂ ਵੱਲੋਂ ਅਜੇ ਤੱਕ ਕੋਵਿਡ-19 ਵੈਕਸੀਨ ਦੇ 2 ਡੋਜ਼ ਨਹੀਂ ਲਗਾਏ ਗਏ, ਉਹਨਾਂ ਨੂੰ ਨਾਨ ਐਸੈਂਸ਼ੀਅਲ ਟਰੈਵਲ ਨਾ ਕਰਨ ਦੇ ਵਾਸਤੇ ਕਿਹਾ ਗਿਆ। ਇਸ ਦੇ ਨਾਲ ਹੀ ਦੱਸ ਦਈਏ ਕਿ ਕੈਲੋਨਾ ਵੱਲੋਂ ਇਹ ਕਦਮ ਚੁੱਕਿਆ ਗਿਆ, ਜਿੱਥੇ ਰੈਸਟੋਰੈਂਟ ਅਤੇ ਪਬ ਨੂੰ ਬੰਦ ਕੀਤਾ ਜਾ ਰਿਹਾ ਹੈ। ਕੈਲੋਨਾ ਦੇ ਰੈਸਟੋਰੈਂਟ ਅਤੇ ਪਬ ਦੇ ਨਾਲ ਜੁੜੇ ਹੋਏ ਕਾਰੋਬਾਰੀਆਂ ਵੱਲੋਂ ਸੋਸ਼ਲ ਮੀਡੀਆ ਦੇ ਉੱਪਰ ਜਾਣਕਾਰੀ ਦਿੱਤੀ ਗਈ ਹੈ ਕਿ ਕੋਰੋਨਾ ਵਾਇਰਸ ਦੇ ਮਾਮਲਿਆਂ ਨੂੰ ਧਿਆਨ ਵਿੱਚ ਰੱਖਦਿਆਂ ਇੱਕ ਵਾਰ ਫਿਰ ਤੋਂ ਉਹਨਾਂ ਵੱਲੋਂ ਆਪਣੇ ਰੈਸਟੋਰੈਂਟ ਅਤੇ ਪਬ ਬੰਦ ਕੀਤੇ ਜਾ ਰਹੇ ਨੇ, ਪਰ ਅਜਿਹਾ ਉਹਨਾਂ ਵੱਲੋਂ ਕੁਝ ਸਮੇਂ ਦੇ ਵਾਸਤੇ ਕੀਤਾ ਜਾ ਰਿਹਾ ਹੈ।